تو بابا گرو نانک صاحب جس ایک زبان کو بہت رسپیکٹ دیتے ہیں نا وہ فارسی ہے. مزے کی بات یہ ہے کہ گرو گوبند سنگھ صاحب کو خود فردوسی کے بارے میں بہت پتا تھا. پھر گرو نانک صاحب تو گئے, آپ کو شاید اندازہ پتہ نہیں ہے کہ نہیں ہے, تھوڑا بہت پڑھ رکھا. ہاں ایران گئے, اور ایران میں بتاتی چلوں آپ کے ناظرین کو کہ ان کے علاقہ جو زاہدان ہے وہاں پہ بہت اچھا گردوارہ ہے, بہت خوبصورت. اچھا, ਤੁਸੀਂ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਆ ਤੁਹਾਡੀ ਆਪਣੀ ਮੇਜ਼ਬਾਨ ਡਾਕਟਰ ਸ਼ਮਾਇਲਾ ਹੁਸੈਨ ਤੇ ਪ੍ਰੋਗਰਾਮ ਹੈ ਸਾਡਾ ਸ਼ਬੇ ਇੰਤਜ਼ਾਰ. ਤੇ ਅੱਜ ਅਸੀਂ ਜਿਨ੍ਹਾਂ ਨੂੰ ਮਿਲਣ ਵਾਸਤੇ ਆਏ ਆ ਉਹਨਾਂ ਦਾ ਇਸ ਨਾਮ ਦੇ ਨਾਲ ਜਿਹੜਾ ਸਾਡਾ ਪ੍ਰੋਗਰਾਮ ਹੈ ਸ਼ਬੇ ਇੰਤਜ਼ਾਰ, ਅਸਲ 'ਚ ਰਿਸ਼ਤਾ ਤਾਂ ਇਹਨਾਂ ਦਾ ਹੀ ਬਣਦਾ ਹੈ ਕਿਉਂਕਿ ਸ਼ਬੇ ਇੰਤਜ਼ਾਰ ਫਾਰਸੀ ਦਾ ਲਫ਼ਜ਼ ਹੈ ਤੇ ਜਿਨ੍ਹਾਂ ਨੂੰ ਅਸੀਂ ਮਿਲਣ ਆਏ ਆ ਇਹ ਫਾਰਸੀ ਦੇ ਡਾਕਟਰ ਨੇ. ਫਾਰਸੀ 'ਚ ਮਾਸ਼ਾਅੱਲਾ ਇਹਨਾਂ ਦਾ ਬਹੁਤ ਜ਼ਿਆਦਾ ਕੰਮ ਹੈ ਤੇ ਉਹ ਜਿਹੜਾ ਕੰਮ ਹੈ ਉਹ ਪੰਜਾਬ ਦੀ ਤਾਰੀਖ ਦੇ ਨਾਲ ਜੁੜਿਆ ਹੋਇਆ ਹੈ. ਮੈਂ ਤੁਹਾਨੂੰ ਤਾਰਫ ਕਰਵਾਉਂਦੀ ਚੱਲਦੀ ਹਾਂ ਜੀ, ਸਾਡੇ ਨਾਲ ਮੌਜੂਦ ਨੇ ਅੱਜ ਡਾਕਟਰ ਫਲੀਹਾ ਜ਼ਾਰਾ ਕਾਜ਼ਮੀ, ਡੀਨ ਨੇ ਫੈਕਲਟੀ ਆਫ ਇਸਲਾਮਿਕ ਐਂਡ ਓਰੀਐਂਟਲ ਲਰਨਿੰਗ ਡਿਪਾਰਟਮੈਂਟ ਦੇ. ਇਹਦੇ ਇਲਾਵਾ ਵੀਸੀ ਰਹਿ ਚੁੱਕੇ ਨੇ ਯੂਨੀਵਰਸਿਟੀ ਆਫ ਹੋਮ ਇਕਨੋਮਿਕਸ ਦੇ ਲਾਹੌਰ 'ਚ. ਮਾਸ਼ਾਅੱਲਾ ਬਹੁਤ ਜ਼ਿਆਦਾ ਕੰਮ ਕੀਤਾ. ਇਹਨਾਂ ਦੇ ਬਹੁਤ ਸਾਰੇ ਸਟੂਡੈਂਟ ਨੇ ਸਾਡੇ ਨਾਲ ਮੌਜੂਦ ਨੇ, ਇਹਨਾਂ ਨੂੰ ਵੈਲਕਮ ਕਰਨੇ ਆ ਜੀ. ਅਸਲਾਮ ਵਾਲੇਕੁਮ. ਵਾਲੇਕੁਮ ਸਲਾਮ. ਮੈਡਮ ਪਹਿਲੇ ਤਾਂ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ. Thank you so much, and it's my pleasure to have you here in my university. ਅੱਛਾ ਮੈਡਮ, ਤੁਸੀਂ ਬਹੁਤ ਸਾਰੀਆਂ ਕਿਤਾਬਾਂ ਦਾ ਮੁਲੱਥਾ ਵੀ ਕੀਤਾ ਹੈ, ਮਤਲਬ ਤੁਸੀਂ ਫਾਰਸੀ ਤੋਂ ਉਰਦੂ ਤੇ ਉਰਦੂ ਤੋਂ ਫਾਰਸੀ ਵਿੱਚ ਵੀ, ਫਿਰ ਤੁਸੀਂ ਵੈਸੇ ਵੀ ਤੁਹਾਡਾ ਤਨਕੀਦੀ ਤਹਿਕੀਕੀ ਕੰਮ ਵੀ ਹੈ. ਮੈਨੂੰ ਇਹ ਦੱਸੋ ਕਿ ਪਾਕਿਸਤਾਨ ਵਿੱਚ ਤਾਂ ਫਾਰਸੀ ਨੂੰ ਕੋਈ ਸਮਝਦਾ ਵੀ ਘੱਟ ਹੀ ਹੈ. ਹੁਣ ਉਰਦੂ ਤੇ ਅੰਗਰੇਜ਼ੀ ਦਾ ਰਿਵਾਜ ਹੈ ਨਾ, ਅਤੇ ਤੁਸੀਂ ਫਾਰਸੀ ਵਾਲੇ ਪਾਸੇ ਕਿਵੇਂ ਆਏ? ਇਹ ਜ਼ਰਾ ਲੰਬੀ ਸਟੋਰੀ ਹੈਗੀ ਹੈ, ਤੇ ਸੁਣਾਓ ਨਾ ਸਾਨੂੰ. ਮੈਂ ਬੇਸਿਕਲੀ ਪਸੰਦ ਕਰਨੀ ਸਾਂ ਪੰਜਾਬੀ ਫਾਰਸੀ ਨੂੰ. ਕਾਫੀ ਸਾਲ ਪਹਿਲੇ ਜਦੋਂ ਮੈਂ BA ਕੀਤਾ ਅਤੇ ਉਹਦੇ ਬਾਅਦ ਮੇਰੇ ਪਾਸ ਇੱਕ ਟਾਈਮ ਪੀਰੀਅਡ ਸੀ 1 ਸਾਲ ਦਾ, ਮੈਂ ਜੁਆਇਨ ਕਰ ਲਿੱਤਾ ਈਰਾਨ ਕਲਚਰ ਸੈਂਟਰ ਨੂੰ. ਅੱਛਾ, ਟਾਈਮ ਵਾਸਤੇ, ਅਤੇ ਉਹਦਾ ਫਿਰ ਮੇਰਾ ਇੰਟਰਸਟ ਡਿਵੈਲਪ ਹੋਇਆ ਪਰਸ਼ੀਅਨ ਲੈਂਗੁਏਜ ਵਿੱਚ, ਅਤੇ ਇਸ ਤਰ੍ਹਾਂ ਮੈਂ ਫਿਰ ਪਰਸ਼ੀਅਨ ਵਿੱਚ ਆ ਗਈ. ਮੈਂ GC ਤੋਂ ਮਾਸਟਰਸ ਕੀਤਾ, ਫਿਰ MPhil ਐਂਡ PhD ਕੀਤਾ, ਫਿਰ ਈਰਾਨ ਤੋਂ ਮੈਂ ਪੋਸਟ ਡਾਕ ਕੀਤਾ. ਅੱਛਾ, ਤੁਸੀਂ ਈਰਾਨ ਵੀ ਗਏ ਫਿਰ? ਜੀ, ਮੈਂ ਈਰਾਨ ਗਈ. ਮੈਂ ਫਰੀਕੁਐਂਟਲੀ ਜਾਂਦੀ ਰਹਿੰਦੀ ਹਾਂ ਕਿਉਂਕਿ ਸਾਡਾ ਕੰਮ ਇਸ ਤਰ੍ਹਾਂ ਦਾ ਹੈਗਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿੰਨਾ ਵੀ ਹੋ ਸਕਦਾ ਹੈ ਪੜ੍ਹੀਏ, ਜਾਣੀਏ ਆਪਣੀ ਹਿਸਟਰੀ ਦੇ ਹਵਾਲੇ ਨਾਲ. ਸੋ ਇਸ ਤਰ੍ਹਾਂ ਮੈਂ ਬਿਹਤਰੀਨ ਹੈ, ਬਿਹਤਰੀਨ ਹੈ. ਪਰ ਤੁਸੀਂ ਜਾਂਦੇ ਵੀ ਰਹਿੰਦੇ ਹੋ, ਤੁਹਾਡਾ ਤਾਂ ਐਕਸੈਂਟ ਹੀ ਫਿਰ ਫਾਰਸੀ ਦਾ ਬਹੁਤ ਅੱਛਾ ਹੋਏਗਾ ਜੀ. ਕੁਛ ਕੋਸ਼ਿਸ਼ ਕਰਨੀ ਆ, ਦੋਸਤ ਸਮਝਦੇ ਨੇ ਕਿ ਮੈਂ ਸ਼ਾਇਦ ਤਹਿਰਾਨ ਦੀ ਜਿਹੜੀ ਫਾਰसी है और बड़े मुख्तलिफ़ लोग भी जो हैं, ख़ुद ईरान के लोग, वो मुख्तलिफ़ इलाक़ों के लोग जो हैं वो यही समझते हैं कि जब मैं कम से कम फ़ोन पर बात करती हूँ तो उन्हें लगता है कि शायद तहरान की कोई खातून बात कर रही है. यानी सही मेहनत की हुई है. जी बिल्कुल, अल्लाह का शुक्र है. ਅੱਛਾ ਮੈਡਮ, ਤੁਸੀਂ ਪੰਜਾਬ ਦੀ ਹਿਸਟਰੀ 'ਤੇ ਜਿਹੜਾ ਕੰਮ ਕੀਤਾ ਹੈ ਹੁਣ ਤੱਕ, ਜਿਹੜਾ ਰਿਸਰਚ ਹੈ ਤੁਹਾਡੀ, ਮੈਂ ਜਿੱਥੇ ਵੀ ਤੁਹਾਡਾ ਨਾਂ ਸੁਣਿਆ ਉਹਨਾਂ ਨੇ ਕਿਹਾ ਜੀ ਪੰਜਾਬ ਦੀ ਹਿਸਟਰੀ 'ਤੇ ਜੇ ਪੁੱਛਣਾ ਤਾਂ ਜਾ ਕੇ ਮੈਡਮ ਡਾਕਟਰ ਕੋਲੋਂ ਪੁੱਛਣਾ, ਡਾਕਟਰ ਫਲੀਹਾ ਸਾਹਿਬਾ ਕੋਲੋਂ ਪੁੱਛੋ. ਤੁਸੀਂ ਇੱਕ ਅੱਗੇ ਗੱਲ ਕੀਤੀ ਸੀਗੀ ਪ੍ਰੋਗਰਾਮ ਤੋਂ ਪਹਿਲੇ ਆਫ ਕੈਮਰਾ, ਜਿਹੜੀ ਗੱਲ ਕੀਤੀ ਸੀ, ਮੈਨੂੰ ਉਹਨੇ ਬੜਾ ਚੌਂਕਾਇਆ ਕਿ ਜਿਹੜੀ ਪੰਜਾਬ ਦੀ ਹਿਸਟਰੀ ਹੈ ਉਹ ਸਾਨੂੰ ਫਾਰਸੀ 'ਚ ਅਸਲ ਵਿੱਚ ਮਿਲਦੀ ਹੈ. ਇਹਨੂੰ ਥੋੜਾ ਸਾਨੂੰ ਸਮਝਾਓ ਕਿ किस तरह. देखिए, मैं थोड़ा सा ज़रा उर्दू में ज़्यादा बात करना चाहूँगी आपकी इजाज़त से. उसमें ये है कि जो पंजाब है, आपको पता है एक ज़रख़ेज़ ज़मीन, और जो इस इलाके की सदियों तक जो हमारी ऑफिशियल लैंग्वेज थी ना, वो पर्शियन ही थी. तो जब जो ज़माना है महाराजा रंजीत सिंह का जी, वो उसमें भी पर्शियन लैंग्वेज ही यहाँ की दरबारी ज़बान थी. तो इस वजह से जब हमने इसके ऊपर काम शुरू किया तो अंदाज़ा हुआ कि जितनी भी हिस्टोरिकल बुक्स हैं या मैन्यूस्क्रिप्ट्स हैं, मैन्यूस्क्रिप्ट्स आपको पता है हाथ से लिखे जाते थे, कातिब लिखते थे उस ज़माने में, और वो ऑथेंटिक सोर्सेज वही थे.
وہ سارے کے سارے پرشین میں لکھے گئے ہیں. اور خود مہاراجہ رنجیت سنگھ اس لینگویج کو بہت رسپیکٹ کرتے تھے. اور ان سے بھی بڑھ کے اگر ہم دیکھیں نا بابا گرو نانک صاحب کا زمانہ, تو بابا گرو نانک صاحب جس ایک زبان کو بہت رسپیکٹ دیتے ہیں نا وہ فارسی ہے. اور اس لیے ہمارے پاس اتنے اوریجنل سورسز اس لینگویج میں تھے کہ اگر آپ دیکھیں کسی نے بھی ہماری ہسٹری لکھی ہے نا تو اصل میں اس کو اسی زبان سے وابستہ ہونا پڑا, وہی دیکھنا پڑا. ابھی آج کل ہم جیسے پنجاب میں ہمارے پاس جو آرکائیو ڈپارٹمنٹ ہے اس کے ساتھ رابطہ کر رہے ہیں, کیونکہ ہمارے پاس جو آرکائیو ڈپارٹمنٹ میں سورسز پڑے ہوئے ہیں وہ ابھی تک لوگوں کے سامنے ہی نہیں آ سکے, اور وہ سارے کے سارے پرشین لینگویج میں ہیں. ایون میں نے رنجیت سنگھ کے دور کے دربار کا ایک وہ دیکھی جس میں حساب کتاب لکھا جاتا ہے, روز نامچہ, وہ سارا کا سارا پرشین میں تھا. اور ابھی ہمارے لیے بھی اس کو پڑھنا زیادہ کافی ڈیفیکلٹ ہے. تو میں ایران سے اپنے کئی دوستوں کو ایسوں کو ڈھونڈ رہی ہوں کہ ہم اس کو یہاں سے کاپی کرا کے ان کے ساتھ شیئر کریں, اور پھر ہم اس کو ماڈرن پرشین میں اور پھر اردو اور انگلش میں کنورٹ کروا سکیں. ماڈرن پرشین تو کی مراد ہے؟ دیکھیں ایسا ہے کہ ہر جو زندہ زبان ہوتی ہے نا اس میں زمانے کے ساتھ ساتھ تبدیلی واقع ہوتی ہے. تو جو دنیا کی قدیم ترین زبانیں ہیں ان میں ایک پرشین لینگویج ہے. صحیح. آپ فارسی کو اگر اس کی تاریخ دیکھیں تو یہ صدیوں پر محیط ہے اور ہنڈو یورپین لینگویجز کا حصہ ہے. تو جیسے جیسے بھی تبدیلیاں زمانے میں آئیں ویسے ویسے اس زبان میں بھی آئیں. کبھی اس کو فارسی پہلوی کہا گیا, کبھی اس کو فارسی میانہ کہا گیا, کبھی اوستائی زبان کہا گیا, جو بیس سے چلتے چلتے آج کی جو لینگویج ہے جو کہ آج فارسی اورینٹڈ لوگ بولتے ہیں, تو اس کو اب ہم ماڈرن پرشین کہیں گے کیونکہ اس ٹائم کی آج کے زمانے کی یہ ہے. تو جب بھی ہم مینیوسکرپٹس کو کی سمجھ لیں کہ ان پہ ریسرچ کرتے ہیں تو مینیوسکرپٹ اس دور کی زبان ہوتی ہے جس دور میں بھی وہ لکھا گیا ہوتا ہے. جیسے مہاراجہ رنجیت سنگھ کے زمانے میں جو فارسی بولی جاتی تھی یا لکھی جاتی تھی وہ اس دور کی تھی. اس سے پہلے مغلوں کے دور میں تھوڑی سی اور مختلف تھی. اس سے پہلے اگر آپ چلے جائیں تو وہ اس دور کی تھوڑی سی مختلف تھی. تو وہ اور پھر آپ کو پتہ لکھنے کے مختلف انداز ہوتے ہیں. تو ہم جب اس کو اس ٹائم سے اٹھاتے ہیں اور آج کی لینگویج میں اسپیشلی اب ہم کمپیوٹرائزڈ کر دیتے ہیں نا, اس کو لکھنے میں بھی ہم کمپیوٹر کو استعمال کرتے ہیں. اور اس کے بعد پھر ہم یہ کرتے ہیں کہ جو بھی زیادہ مشکل الفاظ ہیں یا کوئی ایسے الفاظ ہیں جو پہلے کسی اور زمانے میں کسی اور طرح ان کے معنی لیے جاتے تھے اب کسی اور طرح, تو وہ ساتھ ساتھ ہم مینشن کرتے جاتے ہیں کہ یہ ہے. جیسے مثلاً فرض کریں آپ کی ہماری اردو میں بہت سارے الفاظ ایسے ہیں جو فارسی سے آئے ہیں لیکن معنی بالکل مختلف ہیں. اچھا, آپ کو جان کے اور بھی اندازہ اچھا لگے گا کہ بہت سارے پنجابی کے ایسے الفاظ ہیں جو کہ پرانی پرشین کا بھی حصہ ہیں. اب ہم اس کو کہیں گے یہ پنجابی کے تھے یا فارسی کے تھے, یہ ڈفرینس کرنا بڑا مشکل ہو جاتا ہے. لیکن کیونکہ بہت زیادہ امپیکٹ رہا ہے پرشین کے لوگوں کا اور پرشیا کا سب کانٹیننٹ کے اوپر, تو زیادہ چانس یہی ہے کہ یہ پرشین لینگویج کے الفاظ ہیں. مثلا اوستائی زبان میں پور کا لفظ استعمال ہوتا ہے, ہمارے یہاں بہت ہوتا ہے نا قصور پورا, فلانا پورا. تو یہ پور کا مطلب جو فارسی ہے اس میں اس کا مطلب ہوتا ہے بیٹا. اچھا, پھر اسی طرح آپ پتر کا لفظ استعمال کرتے ہیں, یہ بھی پرشین میں استعمال ہوتا ہے. اور بہت سارے الفاظ ایسے ہیں جو ہمارے یہاں موجود ہیں اور بیسیکلی وہ پرشین سے یہاں آ گئے. تو لفظ کا مطلب بدل گیا, کچھ الفاظ کا مطلب بدل گیا, کچھ عرصے تک ویسے ہی رہا ہوگا, پھر جیسے جیسے زبان تبدیل ہوتی چلی گئی تو مطلب بدلتے چلے گئے. جی, یہ تو بڑی مزیدار بات ہے. جی, یہ بہت انٹرسٹنگ ہے. اگر آپ, میرا تھوڑا سا کیونکہ کام شاہنامہ فردوسی کے اوپر ہے اور فردوسی نے بھی ہسٹری پہ کام کیا تھا, ایران کی ہسٹری ریوائیو کی تھی, تو
اس کی جو زبان ہے نا وہ پہلوی زیادہ وہ استعمال کرتا ہے. تو جب ہم نے اس کو پڑھا نا, اب پہلوی مثلا آپ کے لیے ذرا ہوگا رضا شاہ پہلوی سے آپ کو شاید یاد رہ جائے. تو جب ہم نے اس کو پڑھا تو اس میں بہت سارے شاہ نامے میں ایسے الفاظ ہیں جو میں یہاں دیکھتی ہوں, پورے پاکستان میں کہیں نہ کہیں وہ ہمیں نظر آ جاتے ہیں. پنجابی کا نام ہی دیکھ لینا, پنجاب سے جی, جہاں پہ 5 دریا مل جاتے ہیں, 5 پانی, تو وہ پرشین سے ہی آیا ہوا ہے. اسی طرح وہ پنجاب کی زبان پنجابی ہو گئی, تو وہ ہمارا کہیں نہ کہیں لنک بہت اسٹرانگ ہے فارسی, پرشین اور جی پنجابی زبان کا. ٹھیک. اچھا, فارسی ਤੇ ਜਦੋਂ ਤੁਸੀਂ ਕੰਮ ਕੀਤਾ ਫਾਰਸੀ ਹਿਸਟਰੀ ਦੇ ਉੱਤੇ, ਤੇ ਉਦੋਂ ਤੁਸੀਂ ਕਿਹੜੇ ਕੋਈ 2-4 ਮੈਂ ਚਾਹਾਂਗੀ ਕਿ ਮੁਗਾਲਤੇ ਜਿਨ੍ਹਾਂ ਨੂੰ ਅਸੀਂ ਕਹਿੰਦੇ, ਕੁਝ ਗਲਤ ਫਹਿਮੀਆਂ ਹੁੰਦੀਆਂ ਨੇ ਜਿਹੜੀਆਂ ਕਿ ਪੰਜਾਬੀ 'ਚ ਜਾਂ ਉਰਦੂ ਜਦੋਂ ਲਿਖੀਆਂ ਗਈਆਂ ਤੇ ਹੋਰ ਤਰ੍ਹਾਂ ਗੱਲ ਆਈ, لیکن ਜਦੋਂ ਤੁਸੀਂ فارسی ਨਾਲ کنسلٹ ਕੀਤਾ تو ਉਦੋਂ ਕੁਝ ਹੋਰ ਗੱਲ ਨਿਕਲੀ. مثلا میں آپ کو ایک بات بتاؤں جو بڑی اوتھینٹک سی بات تھی. ہم تاریخ پنجاب پہ کام کر رہے تھے. میری اسٹوڈنٹ ہیں ڈاکٹر نکھت, اب ان کو پی ایچ ڈی کی ڈگری مل گئی ہے اس ٹائم, کینٹ کالج میں اسسٹنٹ پروفیسر ہے ماشاءاللہ. تو ہم جب اس پہ کام کر رہے تھے تو اس کا کاتب کا نہیں پتہ, رائٹر کا بھی نہیں پتہ کون ہے, کاتب کا بھی نام نہیں تھا اس میں. یہ ایسے بھی بہت سارے مینیوسکرپٹس آتے ہیں جس کے میں جو بھی شخص لکھ رہا تھا وہ شاید دربار میں موجود تھا, لیکن آخر میں معمولاً ترکیمہ اس کو کہتے ہیں, اس میں رائٹر اپنا نام لکھتا ہے تو بعض اوقات نہیں لکھ پاتا یا وہ صفحہ پھٹ جاتا ہے. آپ دیکھیں نا, مطلب کتنی پرانی یہ مینیوسکرپٹس ہیں. یہ اس وقت بھی گھوسٹ رائٹنگ ہوتی ہوگی نا, لکھا اپنا نام نہیں لکھنا, بس لکھ دیا, کسی نے لکھوا لیا. یہ والے ذرا کم تھے, شعروں میں یہ ذرا زیادہ آیا. گھوسٹ رائٹنگ مورخ ایسے ہو سکتے تھے جو, آپ کو پتہ ہے مورخین کی مختلف اقسام ہوتی ہیں. جب دربار میں لکھوائے جاتے تھے تو وہ پھر اور طرح سے تاریخ لکھی جاتی ہے. اگر دربار سے بیٹھ کے کوئی, باہر بیٹھ کے کوئی لکھ رہا تھا تو وہ زیادہ اوریجنل معمولاً ہے. کچھ میں ایسا ضرور ہے کہ جیسے اکبر بادشاہ وغیرہ نے ہسٹری لکھوائی, آپ مورخین ساتھ گئے, کاتب ساتھ گئے تو ساتھ لکھی گئی, لیکن اس میں پھر بعض اوقات یہ ہوتا تھا کہ وہ ذرا بادشاہ کو خوش کرنے کی کوشش, اس کو ہیرو بنا کے پیش کیا. تو اس میں یہ تھا کہ ہم تاریخ پنجاب کر رہے تھے تو ہم پڑھ رہے تھے, تو میری اسٹوڈنٹ نے کہا کہ یہ ایک انگریز کا نام اس نے لیا کہ لونی اختر لکھا ہوا ہے. اب مجھے بڑا عجیب لگا کہ مطلب کسی انگریز کا نام لونی اختر نہیں ہو سکتا. ہم نے کہا کہ نہیں, اس کو ہمیں ڈھونڈنا پڑے گا, یہ تو بڑا کوئی مسئلہ ہے. کیونکہ ہمارے جتنے بھی جب ہم پی ایچ ڈی کی یہ ریسرچ کرواتے ہیں تو یہ جاتا ہے ایران کے ایکسپرٹس پھر ہمیں رپورٹ بنا کے دیتے ہیں نا, تو پھر ہماری ذرا تھوڑا زیادہ ہی ہمیں ٹینشن ہوتی ہے کہ وہاں ہسٹری کے حوالے سے کوئی غلط چیز نہ چلی جائے. اس حوالے سے پھر آپ کو ایک بات بتاؤں گی بعد میں. بہرحال ہم نے پھر بڑی کتابیں, ہم نے بوٹے شاہ کی کھولی, اس میں دیکھا کہ شاید, لیکن وہاں پہ بھی لونی اختر ہی لکھا ہوا تھا. اچھا. پھر ہم نے کچھ نا انگریز رائٹرز وہ کھولے ہم نے, کیونکہ ہمیں لگا کہ یہ ذرا مشکل بات ہو جائے گی, تو وہ بعد میں پتہ چلا کہ وہ لوئی آرچرڈ تھا. اللہ, تو مطلب اتنا ساری تبدیلی ہو جاتی ہے اگر ہم اتنی ایک نام پہ کو اگر ہم فوکس نہ کرتے. اچھا, پھر وہ جننے بھی لکھیا انہیں کہندے اس شکل بناتی لفظ دی, بس یہی لکھا ہے این جی کاپی کر دو. ہاں جی. اچھا, اور وہ پتہ کیا, ہم نے جب اس کو ریسرچ کی نا تو ہمیں پتہ چلا کہ شاید بوٹے شاہ نے بھی اس کو ہی کاپی کیا تھا. اچھا, اور ہو سکتا ہے کہ کسی ایسے شخص نے بیچ میں یہ لفظ استعمال کر دیا جس کو پرشین کی اتنا بارے میں نہ پتا ہو. ہمارے کیونکہ تھوڑے سے یہاں سے کان کھڑے ہو گئے کہ یار نہیں, کوئی اس میں مسئلہ ہے کہ یہ نام نہیں ہو سکتا. اس طرح کی بہت ساری مثالیں ہیں. لیکن مزے کی بات یہ ہے کہ جب ہم یہ ہسٹری پہ کام کر رہے تھے تو ہمیں بہت اچھی بہت مزے کی چیزیں پڑھنے کو ملی. اس کے اوپر پھر کسی اور ٹائم آپ سے ڈیٹیلڈ ایک پروگرام آپ کے ساتھ کریں گے سٹنگ. تو اس میں لیکن یہ تھا کہ ہمیں پنجاب کا کلچر, ہم رنجیت سنگھ شادیاں کیسے کرتے رہے, کس طرح لوگوں کے ساتھ, خواتین کے ساتھ اٹیچ ہوئے, کہندے نا 39-40 شادیاں جو بھی تھی. تو وہ سارا پھر یہ کہ جب کوئی ایریا فتح ہوتا تھا تو
कैसे टैक्स लिया जाता था, कैसे उन लोगों के साथ बिहेव किया जाता था, वो काफ़ी अच्छी इन्फॉर्मेशन हमें उस हवाले से फिर मिलती है। लेकिन वही बात की सारी की सारी ओरिजिनली लिखी पर्शियन में गई हैं, तो इसलिए फिर वही मेन सोर्सेज हैं। अच्छा डॉक्टर साहबा, राजा पोरस के बारे में कोई ਤੁਹਾਨੂੰ फारसी च मिलिया लिखा होया किते कुछ? अभी तक देखें हम ना 2 मैन्यूस्क्रिप्ट्स पे काम कर चुके, दूसरे पे काम कर रहे हैं, उसमें अभी तक हमारे पास ऐसा कोई जिक्र नहीं आया। क्योंकि देखिए जो भी हमारे राइटर्स हैं वो पर्टिकुलर हवाले से बात ज़्यादा कर रहे हैं, और राजा पोरस के हवाले से अभी तक हमारे पास कोई इस तरह से नई चीज़ निकल के सामने आई, क्योंकि हम तो मतलब ऑथेंटिक बात ही करना चाहेंगे ना, कि जो जिन बुक्स पे हम काम कर चुके हैं उनमें अभी अब तक हमारे पास ऐसा नहीं है। अच्छा, ਜਿਹੜੇ ਪੰਜਾਬ ਦੀਆਂ ਸਾਡੇ ਕੋਲ ਦਾਸਤਾਨਾਂ ਨੇ, ਲੋਕ ਦਾਸਤਾਨਾਂ, ਉਹਨਾਂ ਬਾਰੇ ਵੀ ਕੋਈ फारसी ਚ ਲਿਖਿਆ ਗਿਆ, नहीं लिखा गया? हाँ, वो तो बहुत ज़्यादा लिखा गया है। आपकी जो हीर रांझा है, सैफुल मलूक है, ये जो पर्शियन पोइट्स थे ना इस एरिया के, सब कॉन्टिनेंट के, उन्होंने उसके ऊपर बहुत काम किया। मैं हमारी एक कॉन्फ्रेंस थी करवाई, वो कॉन्सुलेट ईरानियंस ने ही थी, उसमें हीर रांझा के ऊपर बहुत काम हुआ था। बल्कि मेरी एक दोस्त हैं, वो ईरान में हैं इस वक्त, वो उसके ऊपर काम कर रही हैं। वाह। और बहुत सारे हमारे जो पंजाब के शोरा हैं उन्होंने किया है काम, सिंध के शोरा ने किया है, लेकिन ज़ाहिर पंजाब के शोरा ने पंजाबी में के हवाले से ज़्यादा काम किया। और उन्होंने जो भी जैसे हीर रांझा लिखी या सैफुल मलूक, तो उसका टोटली मिस्टिक जो इम्पैक्ट है ना उसको ज़्यादा लिखा है और ज़्यादा शो करा है। और कई कातिब हैं, एक नहीं है कि एक शख्स ने किया है, कई कातिब हैं इसके, हीर रांझा के भी और सैफुल मलूक के भी। सही। अच्छा, फिर ਜਿਹੜੇ ਮੁxtਲਿਫ ਤੁਹਾਨੂੰ ਮਿਲਦੇ ਨੇ, ਮਜ਼ਹਬੀ ਸਾਨੂੰ ਮਖਤੂਤੇ ਵੀ ਤਾਂ ਮਿਲਦੇ ਨੇ ਨਾ, ਜਿਵੇਂ ਜ਼ਫਰਨਾਮਾ ਦੀ ਗੱਲ ਕਰ ਰਹੇ ਸੀ ਅਸੀਂ, ਉਹਦੀ फारसी ਕਿਹੜੀ ਹੈ? ਕੋਈ ਉਹ ਪਹਿਲਵੀ ਵਾਲੀ ਹੈ ਜਾਂ ਜਿਹੜੀ ਇੱਕ ਹੋਰ ਦੇ ਮੁਕਾਬਲੇ ਚੱਲਦੀ ਹੈ? वो जो है गुरु गोबिंद सिंह साहब का है, और वो औरंगज़ेब के ज़माना था ना, तो सादा सिंपल पर्शियन है, और औरंगज़ेब के हवाले से उन्होंने लिखा है। फिर मज़े की बात यह है कि गुरु गोबिंद सिंह साहब को ख़ुद फिरदौसी के बारे में बहुत पता था। फिरदौसी जो ईरान का नेशनल पोइट है, जिसने उनकी अपनी हिस्ट्री रिवाइव की है, वो जब और शाहनामे को फॉलो करके लिखा है गुरु गोबिंद सिंह ने, तो वो एज इट इज़ ना फिरदौसी की तारीफ़ भी कर रहे हैं कि मैं उसकी तरह खूबसूरत नहीं लिख सकता मसनवी, लेकिन मैं उसको फॉलो कर रहा हूँ। तो ज़बान निस्बतन आसान है, क्योंकि बरसगीर के लोग जब लिखते थे वो निस्बतन आसान फ़ारसी लिखते थे। अच्छा, और उसमें ये था कि वो अपने ज़माने के हिसाब से लिखते थे। और बड़ी बात ये है कि आप देखें, गुरु गोबिंद सिंह साहब की पहचान तो पंजाबी ज़बान होनी चाहिए ना, लेकिन उनकी पर्शियन है। और आप देखें कि इनके यहाँ जब भी हमारे सिख भाई जब भी अपना कोई रिलीजियस रिचुअल्स उनके होते हैं तो वहाँ वो पढ़ी जाती है। हमारे अपने स्टूडेंट्स बड़े अच्छा वो पढ़ते हैं। कभी आपके साथ प्लान बनेगा तो मैं बच्ची को बुलाऊंगी और आपसे सुनवाऊंगी उसको। तो वो, और लेकिन अच्छी हिस्ट्री है, मुख्तसर है और आसान ज़बान में लिखी गई। जैसे इकबाल को आप देखें, इकबाल की 75% पर्शियन पोइट्री है, और वो समझ भी आ जाती है, वो समझ आ जाती है, आसान है। अच्छा, इकबाल के हवाले से भी आप देखें, इकबाल कभी ईरान नहीं गए, लेकिन उन्होंने अपनी दिल की बात कहने के लिए यही ज़बान इस्तेमाल की। फिर गुरु नानक साहब तो गए, आपको शायद अंदाज़ा पता नहीं है कि नहीं है, कि ईरान थोड़ा बहुत पढ़ रखा है। हाँ, ईरान गए, इराक़ और वहाँ भी गए। और ईरान में मैं बताती चलूँ आपके नाज़रीन को कि उनके इलाका जो ज़ाहिदान है, वहाँ पे बहुत अच्छा गुरुद्वारा है, बहुत खूबसूरत। अच्छा, हाँ जी। और वहाँ पे जो ये उस इलाके का नाम ज़ाहिदान रखा गया ना, उसकी भी रीज़न ज़्यादा यही है कि ये सिखों से इंस्पायर होकर रखा गया, क्योंकि वो एक
टोपी पहना करते थे मतलब अपनी, तो उसको जब इन्होंने फ़ारसी ज़बान वाले लोगों ने देखा तो उन्होंने कहा कि ये तो एक जाहिद है, एक इबादत गुजार शख्स की तरह का इनका एक इमामे की तरह जी एक फेस है यानी स्टाइल है। तो इसलिए उन्होंने उस इलाके को जाहिदान यानी यहाँ जहाँ पे जाहिद लोग, आबिद लोग, मिस्टिक लोग रहते हैं, तो उसका नाम रख दिया जी, इबादत गुजार। ठीक हो गया, मतलब एक कितनी सोहनी गल दसी तुसी सानू। और वो अच्छा आपको मैंने ज़ाती तौर पे वहाँ मैं नहीं अभी जाके देख सकी, लेकिन मैंने जितना एक उसके बारे में इंफॉर्मेशन ली, वहाँ पे बहुत सारे एक तो सिख हैं, दूसरे उन्होंने जो कलर यूज़ किया है ना अपने उसमें गुरुद्वारे में, वो बड़ा मज़े का ब्लू, पर्शियन ब्लू कलर है, वही आपको वहाँ उनके उसमें गुरुद्वारे में ज़्यादा नज़र आएगा। जैसे अगर हम हिंदुस्तान में देखें या पाकिस्तान में देखें तो हमें वो केसरी रंग या जर्द रंग ज़्यादा नज़र आता है ना, वहाँ ब्लू ही है, क्योंकि ईरानियों का ब्लू कलर है। अच्छा, ब्लू क्यों है ईरानियों का? मतलब कोई ख़ास इसकी कोई, जैसे कहते हैं ना, कोई मिस्ट्री है, कोई मैसेज है इसके अंदर? जी, मेरा ख्याल ये है कि जो पर्शिया के लोग हैं ना, इनके बारे में कहा जाता है कि आर्ट, कल्चर, हेरिटेज इनके ऊपर ख़त्म है। तो जो ब्लू कलर है ना, ये बेसिकली ये खुशी का, पाकीज़गी का, सॉफ्टनेस का एक कलर है। और इसीलिए आप देखें जो पर्शियन ब्लू कलर, दुनिया में तकरीबन कोई 10 से 12 कलर्स ऐसे हैं जो पर्शियन के नाम से मशहूर है। पर्शियन ब्लू, पर्शियन ग्रीन, पर्शियन पिंक, ये इस तरह से है। तो ब्लू कलर इनके यहाँ जिस तरह से ये बनाते हैं, आप देखें ये जो पर्शियन ब्लू कलर है ना, ये एक ख़ास तरीके से बनाते हैं, और वो जब बनता है तो उसके बाद वो सदियों कलर फेंट नहीं होता। आप देखें इनकी टाइल्स में, पर्शियन टाइल्स में पर्टिकुलर सा, आपने मेरे यहाँ भी देखा होगा, ये ब्लू ये वहीं से बन के आई है। सही। तो एक ख़ास ब्लू कलर होता है जो कि हमारे यहाँ मुल्तान में काफ़ी उसको लोगों ने सीख के उसके ऊपर किया। अच्छा, वो जो मुल्तान में यूज़ होता है वो सेम यही है? नहीं, सेम नहीं बन सका ना, क्योंकि हर इलाके की ज़मीन और मौसम और उसकी मिट्टी का अपना एक इम्पैक्ट होता है। तो वो कलर यहाँ नहीं बन सका। तो वो जो पर्शियन एक रॉयल ब्लू सा पर्शियन कलर है, वो इन्हीं का है। हाँ जी, वो इन्हीं का कलर है। तो वो ये ख़ास तरीके से बनाते हैं। सही। और वो सदियों ख़राब नहीं होता। तो इसलिए ये इनके यहाँ ब्लू कलर की बड़ी वो मतलब एक सिग्निफिकेंस है। अच्छा, तो फिर जोड़ा सानू हुण इत्थे भी मिलदा है, मतलब असीं अक्सर जोड़े ईरानी कौंसलेट बने हुए ने, ਉੱਥੇ ਵੀ ਅਸੀਂ ਵੇਖੀਦਾ ਹੈ ਕਿ ਉਹ ਇਹੀ ਕਲਰ ਇਸਤੇਮਾਲ ਹੋਇਆ ਹੁੰਦਾ ਹੈ। ਇਹ ਉੱਥੋਂ ਹੀ ਆਂਦਾ ਹੈ, ਦਾ ਮਤਲਬ ਇੱਥੇ ਨਹੀਂ ਬਣ ਸਕਦਾ ਹੈ। जी नहीं, वो वाला कलर कहीं और नहीं बनता। जो किताबां ਦੀ ਪ੍ਰਿੰਟਿੰਗ ਵਿੱਚ ਵੀ ਤਾਂ ਫਿਰ ਯੂਜ਼ ਕਰਦੇ ਨੇ ਨਾ, ਖਸੂਸਨ ਅਕਸਰ ਮੈਂ ਦੇਖਿਆ ਫਾਰਸੀ ਦੀਆਂ ਕਿਤਾਬਾਂ ਦੇ ਉੱਤੇ ਖਸੂਸਨ ਟਾਈਟਲ ਤੇ ਹੀ ਰੰਗ ਹੁੰਦਾ ਹੈ। यही कलर होता है जी, बिल्कुल ऐसा ही है। सही हो गया, यानी ਅਸੀਂ ਜਿਹੜੇ बड़े सगीर के लोग आ ਇਹ ਚੀਜ਼ਾਂ ਉੱਥੋਂ ਲੈ ਕੇ ਆਏ हैं। जी बिल्कुल, हम आप जिन्ना भी हमारा साडा सरमाया है ना, बेशतर उत्थों ही आया है। मसा आप देखें हमारा फूड जो है, स्पेशली जो मुस्लिम फूड है, वो वहीं से है। आपके यहाँ बिरयानी बनती है, आपके यहाँ पुलाव बनती है, आपके यहाँ पानी आ रहा है। अच्छा। ये सब चीज़ें वहीं से ही आई हैं। और इसी तरह आप ये देखें कि जो हमारे कपड़ों पहनने का अंदाज़ है, जो हमारे कपड़े हैं, आपकी जैसे मैं आपको तारीख़ पंजाब का बताई थी, तो तारीख़ पंजाब में जो जिन कपड़ों का जिक्र हो रहा है ना, उसमें मखमल है, ब्रोकेट है, ये वहाँ उसमें जिक्र हुआ हुआ है। तो ये सारे कपड़े जो थे ये ईरान से बन के आया करते थे। रेशम वहाँ आपको पता है या चाइना मशहूर था, जी, लेकिन इनके यहाँ भी बहुत ज़बरदस्त काम होता है। फिर आप देखें कि जो इनके कारपेट्स हैं, बड़े सगीर में दरी का तो शायद रिवाज हो सकता है, लेकिन कारपेट आपको पता है पर्शिया में बनते थे। और फिर दूसरी चीज़ ये है कि अगर हम क़ब्ल इस्लाम ईरान की बात करें ना, ग्रेटर ईरान जो है, तो हमारा पंजाब उसी का हिस्सा रहा है। जितने भी ईरान से लोग आते थे वो इंडिया डायरेक्ट नहीं जाते थे, वो हमारे सिंध के थ्रू एंटर होते थे। और फिर सिंध से पंजाब, आप देखें जितने सूफिया आए हैं वो सारे के सारे ज़्यादा मुल्तान आए, मुल्तान से पूरे पंजाब में और हिंदुस्तान में फैले। तो ये दरवाज़ा था असल में वहाँ से आने का। तो ये जो हमारे इलाके हैं ना, इन पे उनका बहुत ज़्यादा इम्पैक्ट है।
ਸਹੀ ਹੋ ਗਿਆ ਮੈਡਮ। ਗੱਲਾਂ ਤਾਂ ਬਹੁਤ ਸਾਰੀਆਂ ਨੇ, ਫਿਰ ਦੁਬਾਰਾ ਤੁਹਾਡੇ ਨਾਲ ਜ਼ਰੂਰ ਸਿਟਿੰਗ ਕਰਾਂਗੇ। ਬਹੁਤ ਸਾਰੀਆਂ ਗੱਲਾਂ ਹੁਣ ਮੈਂ ਇੱਕ ਮਖਸੂਸ ਟੌਪਿਕ ਦੇ ਹਵਾਲੇ ਨਾਲ ਸਵਾਲ ਕੱਢ ਕੇ ਲਿਆਇਆ ਕਰਾਂਗੀ ਤੁਹਾਡੇ ਕੋਲ, ਅਸੀਂ ਉੱਤੇ ਗੱਲ ਕਰਾਂਗੇ। ਬਹੁਤ ਸ਼ੁਕਰੀਆ ਟਾਈਮ ਦੇਣ ਦਾ। ਬਹੁਤ ਗੱਲਾਂ ਹੋਈਆਂ ਵੀ ਤੇ ਬਹੁਤ ਰਹਿ ਵੀ ਗਈਆਂ। ਇਨਸ਼ਾਅੱਲਾ ਫਿਰ ਕਰਾਂਗੇ। ਇਨਸ਼ਾਅੱਲਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਤਸ਼ਰੀਫ ਲਾਏ, ਸਾਨੂੰ ਇਸ ਲਾਇਕ ਸਮਝਿਆ ਕਿ ਅਸੀਂ ਕੋਈ ਥੋੜੀ ਬਹੁਤ ਗੱਲ ਕਰ ਸਕਾਂ। ਤੁਸੀਂ ਪੰਜਾਬੀ ਵੀ ਬੋਲ ਸਕੇ। ਜੀ ਬਿਲਕੁਲ, ਹਾਂਜੀ ਥੋੜੀ ਜਿਹੀ ਕੋਸ਼ਿਸ਼ ਕੀਤੀ ਹੈ ਤੁਸੀਂ, ਮੈਨੂੰ ਖੁਸ਼ੀ ਹੋਈ ਹੈ। ਅੱਛਾ ਅਸੀਂ ਨਾਜ਼ਰੀਨ ਕੋਲ ਇਜਾਜ਼ਤ ਲੈ ਲਈਏ ਹੁਣ। ਥੈਂਕ ਯੂ ਸੋ ਵੈਰੀ ਮਚ। ਥੈਂਕ ਯੂ ਸੋ ਮਚ। ਨਾਜ਼ਰੀਨ ਤੁਸੀਂ ਡਾਕਟਰ ਫਲੀਹਾ ਕਾਜ਼ਮੀ ਸਾਹਿਬਾ ਨੂੰ ਅੱਜ ਸੁਣਿਆ, ਉਹਨਾਂ ਦੀਆਂ ਗੱਲਾਂ ਸੁਣੀਆਂ, ਤੁਹਾਨੂੰ ਸਮਝ ਆਈ ਹੋਏਗੀ ਕਿ ਫਾਰਸੀ ਤੇ ਪੰਜਾਬੀ ਦਾ ਆਪਸ ਵਿੱਚ ਆਖਰ ਰਿਸ਼ਤਾ ਕੀ ਆ। ਤੇ ਜਿਹੜਾ ਅਸੀਂ ਹੁਕਮਰਾਨਾਂ ਦੀ ਜ਼ੁਬਾਨ ਕਰਕੇ ਇਹਨੂੰ ਇਗਨੋਰ ਕਰ ਦੇਈਦਾ ਜਾਂ ਅਸੀਂ ਕਹੀਦਾ ਕਿ ਜੀ ਇਹ ਸਾਡੀ ਜ਼ੁਬਾਨ ਨਹੀਂ ਹੈ, ਜੀ ਸਾਡੀ ਧਰਤੀ ਦੀ ਜ਼ੁਬਾਨ ਨਹੀਂ ਹੈ। ਜ਼ੁਬਾਨ ਧਰਤੀਆਂ ਦੇ ਨਾਲ ਅਸੀਂ ਜੋੜ ਤਾਂ ਲਈਦੀ ਹੈ, ਲੇਕਿਨ ਜ਼ੁਬਾਨਾਂ ਦੇ ਵਿੱਚ ਫਿਰ ਜਿਹੜਾ ਕਲਚਰ ਤੇ ਜਿਹੜੀ ਹਿਸਟਰੀ ਕਿਤੇ ਨਾ ਕਿਤੇ ਹੁੰਦੀ ਹੈ, ਅਸੀਂ ਉਹਦੇ ਕੋਲੋਂ ਮਹਿਰੂਮ ਹੋ ਜਾਂਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਜਿਹੜੀਆਂ ਬਰੇ ਸਗੀਰ ਵਿੱਚ ਜ਼ੁਬਾਨਾਂ ਰਹਿ ਚੁੱਕੀਆਂ ਨੇ, ਅਸੀਂ ਉਹਨਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਆਪਣੀ ਅਸਲ ਜਿਹੜੀ ਸਾਡੀ ਤਾਰੀਖ ਹੈ, ਇਤਿਹਾਸ ਹੈ ਜਿਹੜਾ ਸਾਡਾ, ਅਸੀਂ ਉਹਦੇ ਵੱਲ ਜਾ ਸਕੀਏ, ਉੱਥੋਂ ਅਸਲੀ ਗੱਲਾਂ ਕੱਢ ਕੇ ਲਿਆ ਸਕੀਏ ਤੇ ਆਪਣੀ ਅਗਲੀ ਨਸਲ ਨੂੰ ਦੱਸ ਸਕੀਏ। ਅਗਲੇ ਪ੍ਰੋਗਰਾਮ ਤੱਕ ਲਈ ਸ਼ਮਾਇਲਾ ਹੁਸੈਨ ਨੂੰ ਇਜਾਜ਼ਤ ਦਿਓ। ਦੁਬਾਰਾ ਹਾਜ਼ਰ ਹੋਵਾਂਗੇ। ਖੁਸ਼ ਰਹੋ, ਵਸਦੇ ਰਹੋ, ਰੱਬ ਰਾਖਾ। फतेह टीवी 24 घंटे कुर्बानी।